Today I held a high-level review meeting, physically and through VC, in which ਸਾਰੇ ਜਿਹੜੇ ਆਪਣੇ SSPs, DIG ranges, commissioners of police ਅਤੇ senior officers ਜਿਹੜੇ ਹਰ district ਨੂੰ ਅਸੀਂ ਇੱਕ senior officer DIG, IG, additional DG ਜਾਂ special DG rank ਦਾ allocate ਕੀਤਾ ਹੈਗਾ supervision ਲਈ। ਸੋ ਦੋ ਜਿਹੜੇ ਸਾਡੇ ਜਿਹੜੇ ਮੇਨ ਜਿਹੜੇ ਕ੍ਰਾਈਮ ਦੇ ਅਗੇਂਸਟ ਜਿਹੜੇ ਪ੍ਰੋਗਰਾਮ ਚੱਲਦੇ ਪਏ, ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਨੂੰ ਰਿਵਿਊ ਕੀਤਾ ਗਿਆ ਤੇ ਜਿਹੜੀ ਪਰਫਾਰਮੈਂਸ ਹੁਣ ਤੱਕ ਹੋਈ ਹੈ ਉਸ ਨੂੰ ਰਿਵਿਊ ਕੀਤਾ ਗਿਆ ਤੇ ਹੁਣ ਤੱਕ ਜਿਹੜੀ 20 ਜਨਵਰੀ ਔਨਵਰਡਸ ਜਿਹੜਾ ਗੈਂਗਸਟਰਾਂ ਤੇ ਵਾਰ ਸ਼ੁਰੂ ਹੋਇਆ ਸੀ ਤੇ 5290 ਲੋਕ ਗ੍ਰਿਫਤਾਰ ਹੋਏ ਹੈਗੇ, 2973 ਪ੍ਰੀਵੈਂਟਿਵ ਡਿਟੈਂਸ਼ਨਸ ਹੋਈਆਂ ਤੇ 5413 ਲੋਕਾਂ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਛੱਡਿਆ ਗਿਆ ਹੈਗਾ। ਟੋਟਲ 13776 ਜਿਹੜੇ ਲੋਕਾਂ ਨੂੰ ਇਸ ਦੇ ਵਿੱਚ ਵੈਰੀਫਾਈ ਕੀਤਾ ਗਿਆ ਤੇ ਮਾਰਚ 1 2025 ਔਨਵਰਡਸ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ 34000 ਦੇ ਕਰੀਬ FIR ਦਰਜ ਹੋ ਚੁੱਕੀਆਂ ਤੇ ਨੰਬਰ ਆਫ ਅਰੈਸਟ 45000 ਹੈਗੀਆਂ। ਹੈਰੋਇਨ ਰਿਕਵਰੀ 2150 kg ਹੁਣ ਤੱਕ ਹੋਈ ਹੈ ਤੇ ਕਾਫੀ ਇਸ ਦੇ ਵਿੱਚ ਜਿਹੜੇ 45000 ਦੇ ਵਿੱਚ 3000 ਜਿਹੜੇ ਵੱਡੇ ਸਪਲਾਇਰਸ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ 65 ਹਵਾਲਾ ਆਪਰੇਟਰਸ ਨੂੰ ਅਰੈਸਟ ਕੀਤਾ ਗਿਆ। ਅਸੀਂ ਇਹ ਡਿਸਾਈਡ ਕੀਤਾ ਹੈਗਾ ਕਿ ਇਫੈਕਟਿਵ ਸੁਪਰਵਿਜ਼ਨ ਲਈ ਜਿਹੜੇ ਸਾਡੇ ਸੀਨੀਅਰ ਆਫਿਸਰਸ ਹੈਗੇ ਜਿਨ੍ਹਾਂ ਨੂੰ ਡਿਸਟ੍ਰਿਕਟਸ ਅਲਾਟ ਕੀਤੇ ਗਏ ਉਹ ਆਪ ਫੀਲਡ ਦੇ ਵਿੱਚ ਉਤਰਨਗੇ ਤੇ ਕੱਲ ਸਵੇਰੇ ਤੋਂ ਅਸੀਂ ਦੁਬਾਰਾ ਜਿਹੜਾ ਆਪਰੇਸ਼ਨ ਪ੍ਰਹਾਰ ਦਾ ਦੂਜਾ ਚਰਨ ਹੈਗਾ 72 ਘੰਟੇ ਦਾ ਆਪਸ ਪ੍ਰਹਾਰ 2 ਸ਼ੁਰੂ ਕਰਾਂਗੇ। ਤੋਂ ਇਸ ਦੇ ਵਿੱਚ ਜਿਹੜੇ ਵਾਂਟਡ ਕ੍ਰਿਮੀਨਲਸ ਹੈਗੇ, ਜਿਹੜੇ ਵਾਂਟਡ ਇਨ ਕ੍ਰਾਈਮਸ ਹੈਗੇ, ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਐਫਰਟਸ ਕੀਤੇ ਜਾਣਗੇ। ਤੇ ਮੈਂ ਇਹ ਵੀ ਕਲੈਰੀਫਾਈ ਕਰਨਾ ਚਾਹੁੰਦਾ ਕਿ ਕਈ ਤਰ੍ਹਾਂ ਦੇ ਭ੍ਰਾਂਤੀਆਂ ਤੇ ਫੇਕ ਨੈਰੇਟਿਵਸ ਜਿਹੜੇ ਫੈਲਾਏ ਜਾਂਦੇ ਹੈਗੇ ਤੇ ਪੁਲਿਸ ਵਿਲ ਅਰੈਸਟ ਓਨਲੀ ਅ ਪਰਸਨ ਹੂ ਇਜ਼ ਵਾਂਟਡ ਫॉर ਕ੍ਰਾਈਮ ਤੇ ਸਾਡਾ ਪਰਪਸ ਹੈਗਾ ਪੰਜਾਬ ਨੂੰ ਮਹਿਫੂਜ਼ ਬਣਾਉਣਾ, ਸੇਫ ਬਣਾਉਣਾ, ਆਮ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਦੇਣਾ ਤੇ ਅਸੀਂ ਡਿਟੇਲਡ ਇੰਸਟਰਕਸ਼ਨਸ ਆਪਰੇਸ਼ਨਲ ਪ੍ਰੀਪੇਅਰਡਨੈਸ ਦੇ ਵੀ ਜਾਰੀ ਕੀਤੇ ਹੈ ਕਿ ਸੀਨੀਅਰ ਆਫਿਸਰਸ, SSPs, DIGs, ਕਮਿਸ਼ਨਰਸ ਆਫ ਪੁਲਿਸ ਉਹ ਜਿਹੜੇ ਇੰਪੋਰਟੈਂਟ ਸੀਨਸ ਆਫ ਕ੍ਰਾਈਮ ਹੈਗੇ ਉਹਨਾਂ ਨੂੰ ਵਿਜ਼ਿਟ ਕਰਨਗੇ ਤੇ ਉਹ ਆਪ ਫੀਲਡ ਦੇ ਵਿੱਚ ਉਤਰ ਕੇ ਪੈਟਰੋਲਿੰਗ ਕਰਨਗੇ, ਡਿਊਟੀਜ਼ ਦੀ ਚੈਕਿੰਗ ਕਰਨਗੇ ਤੇ ਜਿਹੜਾ ਮੈਨ ਪਾਵਰ ਹੈਗਾ ਉਸ ਨੂੰ ਆਗੂਮੈਂਟ ਕਰਕੇ ਨੌਨ ਕੋਰ ਡਿਊਟੀਜ਼ ਤੋਂ ਮੈਨ ਪਾਵਰ ਵਿਡਰਾ ਕਰਕੇ ਕੋਰ ਡਿਊਟੀਜ਼ ਪੈਟਰੋਲਿੰਗ ਦੇ ਵਿੱਚ, ਪੁਲਿਸ ਸਟੇਸ਼ਨਸ ਦੇ ਵਿੱਚ ਜਿਹੜਾ ਮੈਨ ਪਾਵਰ ਉਹ ਵੱਧ ਤੋਂ ਵੱਧ ਡਿਪਲੋਏ ਕੀਤਾ ਜਾਊਗਾ ਤੇ ਇੱਕ ਸੀਨੀਅਰ ਆਫਿਸਰਸ ਵਿਲ ਰਿਵਿਊ ਦੀ ਡਿਪਲੋਇਮੈਂਟ ਜਿਹੜੇ ਸਾਡੇ ਨਾਕੇ ਜਾਂ ਸਟੈਟਿਕ ਡਿਊਟੀਜ਼ ਹੈਗੀਆਂ ਉਹਨਾਂ ਦਾ ਰਿਵਿਊ ਕਰਕੇ ਕਿ ਹਰ ਜ਼ਿਲ੍ਹੇ ਦੇ ਵਿੱਚ ਫਿਕਸਡ ਜਿਵੇਂ ਨਾਕੇ ਰਾਊਂਡ ਦਾ ਕਲੌਕ ਲਾਏ ਜਾਣਗੇ ਜਿਹੜੇ ਫੁੱਲੀ ਇਕਵਿਪਡ ਹੋਣਗੇ ਤੇ ਵਹੀਕਲ ਚੈਕਿੰਗ ਤੇ ਫੋਕਸ ਰਹੂਗਾ, ਸਪੈਸ਼ਲੀ 2 ਵੀਲਰਸ ਤੇ ਇੱਕ SOP ਵੀ ਅਸੀਂ ਤਿਆਰ ਕਰਕੇ ਇਸ਼ੂ ਕੀਤਾ ਹੈ ਕਿ ਕੋਈ ਵੀ ਇਨਸੀਡੈਂਟ ਹੁੰਦਾ ਹੈ ਤੇ ਉਸ ਤੇ ਰਿਸਪੌਂਸ ਕਿਸ ਤਰ੍ਹਾਂ ਦਾ ਹੋਊਗਾ ਤੇ ਇਸ ਦੇ ਵਿੱਚ ਅਸੀਂ ਕਾਫੀ ਫੋਕਸ ਯੂਜ਼ ਆਫ ਵਾਇਰਲੈਸ ਨੈਟਵਰਕ ਤੇ ਕਰ ਰਹੇ ਹੈਗੇ ਕਿ ਇਮੀਡੀਏਟਲੀ ਹਰ ਥਾਣੇ ਦੇ ਡਿਊਟੀ ਆਫਿਸਰਸ ਜਿਹੜੇ NGOs ਹੈਗੇ ਉਹਨਾਂ ਕੋਲ ਵਾਕੀ ਟਾਕੀ ਸੈੱਟ ਹੋਣੇ ਯਕੀਨੀ ਬਣਾਇਆ ਜਾਊਗਾ। ਉਹ ਆਪਣੇ ਪੁਲਿਸ ਸਟੇਸ਼ਨ ਨਾਲ ਇਨ ਕਮਿਊਨੀਕੇਸ਼ਨ ਰਹਿਣਗੇ। ਜਦੋਂ ਕੋਈ ਰਿਪੋਰਟ ਆਉਂਦੀ ਹੈ ਉਸ ਤੋਂ ਬਾਅਦ ਡਿਸਟ੍ਰਿਕਟ ਕੰਟਰੋਲ ਰੂਮ ਨੂੰ ਇਮੀਡੀਏਟਲੀ ਇਨਫੋਰਮ ਕੀਤਾ ਜਾਊਗਾ ਡਿਪੈਂਡਿੰਗ ਔਨ ਦੀ ਨੇਚਰ ਆਫ ਇਨਸੀਡੈਂਟ। ਸੋ ਉਸ ਏਰੀਆ ਨੂੰ ਸੀਲ ਕਿਵੇਂ ਕਰਨਾ ਹੈ, ਸੀਲਿੰਗ ਆਪਰੇਸ਼ਨ ਕਿਵੇਂ ਕਰਨੀ ਹੈ, ਐਗਜ਼ਿਟ ਆਫ ਕ੍ਰਿਮੀਨਲਸ ਆਫਟਰ ਕਮਿਟਿੰਗ ਦਾ ਕ੍ਰਾਈਮ, ਕ੍ਰਿਮੀਨਲਸ ਦੀ ਚੇਸ। ਸੋ ਇਸ ਦਾ ਇੱਕ ਇਲੈਬੋਰੇਟ ਇਸ ਦਾ ਇੱਕ SOP ਇਸ਼ੂ ਕੀਤਾ ਗਿਆ ਹੈਗਾ ਤੇ ਟਾਈਮ ਟੂ ਟਾਈਮ ਅਸੀਂ ਇਸ ਦੀ ਰਿਹਰਸਲਸ ਤੇ ਡਰਿਲਸ ਵੀ ਕਰਾਂਗੇ ਤੇ ਸਾਡਾ ਏਮ ਹੈਗਾ ਕਿ ਜਿਹੜਾ ਇਹ ਦੂਜੀ ਵਾਰ ਆਪਰੇਸ਼ਨ ਪ੍ਰਹਾਰ ਹੋ ਰਿਹਾ ਹੈ ਕਿ ਪੰਜਾਬ ਤੋਂ, ਜਿਵੇਂ ਮੈਂ ਪਹਿਲੇ ਵੀ ਕਿਹਾ ਸੀਗਾ 20 ਜਨਵਰੀ ਨੂੰ ਜੋ ਅਸੀਂ ਲਾਂਚ ਕੀਤਾ ਸੀ ਕਿ ਸਾਡਾ ਟੀਚਾ, ਸਾਡਾ ਏਮ ਹੈਗਾ ਕਿ ਪੰਜਾਬ ਨੂੰ ਕ੍ਰਾਈਮ ਤੋਂ ਤੇ ਗੈਂਗਸਟਰਸ ਤੋਂ ਮੁਕਤ ਕੀਤਾ ਜਾਵੇ। ਕੋਈ ਵੀ ਪੰਜਾਬ ਦੇ ਵਿੱਚ ਕ੍ਰਾਈਮ ਕਰੂਗਾ ਤੇ ਉਸ ਨੂੰ ਚੇਸ ਕੀਤਾ ਜਾਊਗਾ। ਭਾਰਤ ਦੇ ਹਰ ਕੋਨੇ ਤੋਂ ਅਸੀਂ ਉਹਦੇ ਮਗਰ ਜਾਵਾਂਗੇ। ਸੋ ਦੇਰ ਇਜ਼ नो एब्सोल्यूट zero tolerance for crime and organized crime. I'll welcome any questions. अच्छा, हिंदी में कर दूँ एक बार। आज एक हाई लेवल मीटिंग कंडक्ट करके मैंने जो पंजाब सरकार के 2 मेन ऑपरेशंस युद्ध नशियां विरुद्ध और गैंगस्टर ते वार को रिव्यू किया, जिसमें सीनियर ऑफिसर्स, हेडक्वार्टर्स जिन्हें डिस्ट्रिक्ट्स अलोकेट किए गए हैं, स्पेशल DGPs, एडिशनल DGPs, IG, DIG रैंक के ऑफिसर्स और थ्रू वीडियो कॉन्फ्रेंस SSPs, DIG रेंजेस और कमिश्नर्स ऑफ पुलिस के साथ डिस्कस किया गया, रिव्यू किया गया कि उनकी परफॉर्मेंस अब तक कैसी रही है और कहाँ पे हमें इम्प्रूवमेंट की ज़रूरत है, कहाँ पे हमें और थ्रस्ट एरियाज़ हमारे कौन से हैं। तो अभी तक ये जो गैंगस्टर ते वार जो
20 जनवरी 2026 से शुरू किया गया था। इसमें 5,290 व्यक्ति गिरफ्तार हुए हैं, 2,973 प्रिवेंटिव डिटेंशंस हुए हैं और 5,413 लोगों को वेरीफाई करके रिलीज़ किया गया है। टोटल 13,676 लोगों को ये इसमें टच किया गया है। 1 मार्च 2025 से जो युद्ध नशियां विरुद्ध जो पंजाब सरकार का जो कार्यक्रम चल रहा है, उसमें एनफोर्समेंट में FIRs लगभग 34,000 के करीब हो गई हैं और 45,000 अरेस्ट हो गई है, जिसमें 3,000 बड़े सप्लायर्स अरेस्ट हुए हैं, 65 हवाला ऑपरेटर अरेस्ट हुए हैं, 2,150 kg हीरोइन रिकवर हुई है और भी भारी मात्रा में रिकवरी हुई है। तो कल सुबह से हम एक 72 घंटे का दोबारा से ऑपरेशन प्रहार 2 करेंगे, जो फोकस्ड होगा वांटेड क्रिमिनल्स पे, जिन्होंने क्राइम किया है, जो क्राइम में इन्वॉल्व हैं, उनकी गिरफ्तारियों के लिए एक सक्रिय तरीके से उनकी लिस्टें बनाई जा रही हैं, बन चुकी हैं और इन पे दोबारा से एक प्रहार होगा कंसंट्रेटेड सभी रिसोर्सेज करते हुए। जैसे लास्ट टाइम हमने 12,000 पुलिस ऑफिसर्स को मैदान में उतारा था, तो इस बार भी हमारे 12,000 से ज़्यादा ऑफिसर्स फील्ड में उतरेंगे, 2,000 से ज़्यादा टीमें बनेंगी और हम ज़्यादा से ज़्यादा लॉफुल गिरफ्तारियां करेंगे। मैं ये भी कहना चाहूँगा कि इस तरह के ये बिल्कुल लॉफुल कैंपेन है, जो क्राइम में वांटेड है उसी को गिरफ्तार किया जाएगा और ये आम लोगों को सुरक्षित महसूस करने के लिए, आम लोगों की सुरक्षा के लिए किया जा रहा है। इसके साथ ही हमने अपनी ऑपरेशनल प्रिपेयर्डनेस रिव्यू करी है और फील्ड ऑफिसर्स को डायरेक्शंस दी गई हैं कि वो स्वयं जो सीन्स ऑफ क्राइम होते हैं उस पर SSP या कमिश्नर ऑफ पुलिस इंपॉर्टेंट सीन्स ऑफ क्राइम खुद विजिट करेंगे और उसके बाद वो कॉन्फिडेंस बिल्डिंग के लिए एरिया में निकलेंगे, बाज़ारों में, पब्लिक प्लेसेस में, इंपॉर्टेंट नाका पॉइंट्स पे पेट्रोलिंग करी जाएगी, पुलिस की विजिबल प्रेजेंस बढ़ाई जाएगी। इसके लिए मैन पावर की ऑगमेंटेशन करके जो नॉन कोर ड्यूटीज़ हैं वहाँ से मैन पावर विड्रॉ करके कोर ड्यूटीज़ पेट्रोलिंग और पुलिस स्टेशन में लगाया जाएगा। व्हीकल चेकिंग पे हम ज़्यादा जोर देंगे। हमने अपना वायरलेस सिस्टम की फंक्शनिंग भी हमने रिव्यू करी है और ये इंश्योर किया जाएगा कि हर NGO, हर पुलिस ऑफिसर जो थाने में तैनात होता है उसके पास वॉकी टॉकी सेट हो, वो उसका प्रॉपर कॉल साइन हो, वो अपने थाने के साथ कम्युनिकेशन में हो, थाने डिस्ट्रिक्ट कंट्रोल रूम से जुड़े हों। कोई इंसिडेंट होता है तो उसके बाद जो उस पर रिएक्शन प्लान है, किस लेवल का हमने कौन सा एरिया कॉर्डन ऑफ करना है, कहाँ कहाँ पे नाके लगाने हैं, वो डिस्ट्रिक्ट कंट्रोल रूम्स में डिजिटल मैप्स पे वो चीज़ प्लॉट करी जाएगी और अकॉर्डिंगली PCR की गाड़ियाँ, पुलिस स्टेशन की गाड़ियाँ, अगर ज़रूरत महसूस होगी तो पूरा ज़िला सील करना है, एडजॉइनिंग ज़िले को बताना है। तो इसका एक SOP और प्रोटोकॉल हमने बनाया है। हमारा उद्देश्य है कि पंजाब को हम पूरी तरह क्राइम से फ्री रखेंगे। पंजाब में कोई भी ऑर्गेनाइज्ड क्राइम, कोई गैंगस्टर क्राइम करता है तो उसे हम एज़ पर लॉ हम उसे चेस करेंगे, भारत के किसी भी कोने से उसको पकड़ के लाएंगे या भारत से बाहर भी होगा तो उसे पकड़ के लाएंगे। सर 5,000 लोग आपने अरेस्ट किया, इसमें किस तरीके की क्रिमिनल इन्वॉल्व है? कोई हीनियस क्राइम का भी क्रिमिनल इन्वॉल्व है, उसका क्या? इसमें ये डिटेल्स हम शेयर कर देंगे। इसमें सभी तरह के क्रिमिनल्स इन्वॉल्व हैं और एक मैं अभी सॉरी मेरी गल में दसनी भुल गया सीगा कि ਅਸੀਂ ਹੁਣ ਸੀਨੀਅਰ ਆਫੀਸਰਸ ਜਿਹੜੇ ਇੰਚਾਰਜ ਹੈਗੇ ਇਹਨਾਂ ਦੀ ਵੀ ਅਕਾਊਂਟੇਬਿਲਟੀ ਤੇ ਰਿਸਪੌਂਸਿਬਿਲਟੀ ਫਿਕਸ ਕਰਾਂਗੇ ਕਿ ਇਹ ਫੀਲਡ ਦੇ ਵਿੱਚ ਜਾਣਗੇ ਤੇ ਉਸ ਤੋਂ ਬਾਅਦ ਜਿਹੜੀ ਓਵਰ ਅ ਪੀਰੀਅਡ ਆਫ ਟਾਈਮ ਸਫੀਸ਼ੀਐਂਟ ਟਾਈਮ ਦਿੱਤਾ ਜਾਊਗਾ, ਸਫੀਸ਼ੀਐਂਟ ਰਿਸੋਰਸਸ ਦਿੱਤੇ ਜਾਣਗੇ, ਬਟ ਉਸ ਤੋਂ ਬਾਅਦ ਜਦੋਂ ਪਰਫਾਰਮੈਂਸ ਇਵੈਲੂਏਸ਼ਨ ਹੋਊਗੀ ਉਹ SSP ਦੀ ਵੀ ਹੋਊਗੀ, ਉਹਨਾਂ ਦੇ ਉੱਪਰ ਜਿਹੜਾ ਸੁਪਰਵਾਈਜ਼ਰੀ ਸਟਰਕਚਰ ਹੈਗਾ, ਜਿਹੜੇ ਆਫੀਸਰ ਉਸ ਡਿਸਟ੍ਰਿਕਟ ਦੇ ਇੰਚਾਰਜ ਹੈ तो उन्होंने भी ਅਸੀਂ परफॉर्मेंस इवैल्यूएट कराएंगे। हाल ही में जो मर्डर हुआ था मोहाली में, उसके बाद गोल्डी बराड़ की एक ऑडियो क्लिप सामने आई थी जिसको सीरियल रूप में पुलिस कर्मियों को, सरकार को धमकी दे रहा है कि हमें पता है आपके बच्चे विदेश में कहाँ रहते हैं। सर इसको आप कैसे देखते हो? देखिए मैं किसी भी क्रिमिनल को मैं ग्लोरीफाई नहीं होने दूंगा। जो क्रिमिनल है उसे एज अ क्रिमिनल ट्रीट किया जाएगा, जो उसकी क्रिमिनल लायबिलिटी है हम उसके खिलाफ हम सख्ती से पेश आएंगे। लेकिन अभी तक जो मेन एक्यूज है वो ट्रेस नहीं हो पाए, किस तरह आप पुलिस पे कार्रवाई? देखिए जलंधर का जो केस है उसमें बहुत 24 घंटे के अंदर पहली गिरफ्तारी हुई, जो मेन अक्यूज आइडेंटिफाई हो गया है, पुलिस की टीमें उसके पीछे लगी हैं। ये भी स्पष्ट करना मतलब एक मैं थोड़ी सी मैं मीडिया के अपने साथियों से भी सहयोग मांगना चाहूँगा कि हमारे यहाँ मतलब जैसे मैंने पहले कहा था कि हम क्राइम को बहुत सीरियसली लेते हैं और क्राइम को हम बिल्कुल तत्परता से हम उसको ट्रेस करते हैं। तो कई बार अगर मतलब मैं सिर्फ पिछली बार मैंने क्राइम रेट की बात करी थी तो मैंने बताया था जब ईयर एंडर प्रेस कॉन्फ्रेंस हुई थी कि 227 क्राइम्स पंजाब में जो क्राइम रेट होती है क्राइम्स पर लैक ऑफ पॉपुलेशन है, जो नेशनल एवरेज है 450,
हरियाणा में 739 है और दिल्ली में 1602 क्राइम्स पर लैक ऑफ पॉपुलेशन होते हैं। तो मेरा सिर्फ ये कहना है, मैंने फिर वायलेंट क्राइम्स इस बार निकलवाए थे, क्योंकि वायलेंट क्राइम्स नेशनल एवरेज है 31.2 वायलेंट क्राइम्स पर लैक ऑफ पॉपुलेशन, और पंजाब में 20 वायलेंट क्राइम्स पर लैक ऑफ पॉपुलेशन होते हैं। हरियाणा में 48.6 है और दिल्ली में 51.5% है। मैं सिर्फ ये फिगर्स इसलिए कह रहा हूँ कि हमारे यहाँ एक परसेप्शन बन जाता है, तो कई बार पर्सनल मोटिव से, या जैसे मैं होशियारपुर की जो ओल्ड लेडी का मर्डर हुआ था, अब एक वो पर्सनल मोटिव से एक मर्डर हुआ है। तो जो सारी जो क्राइम की थ्योरीज हैं, या आप विदेशों में, या जो वेल एस्टैब्लिश्ड है कि क्राइम के सोशियोलॉजिकल रीजंस होते हैं। अगर परिवार में किसी का झगड़ा है, अगर किसी का जो एक प्रिवेंटिव जो काम होता है वो होता है कि जैसे स्नैचिंग है या बर्गलरी है या कोई इनको डिफाइन किया जाता है एज पब्लिक क्राइम। तो पर्सनल मोटिव वाले क्राइम्स हैं, उनको हर किसी भी देश में, किसी भी सोसाइटी में हमेशा रोका नहीं जा सकता। प्रिवेंटिव मेजर्स से वो प्रिवेंट किए जा सकते हैं। फिर भी हमारी ओवरऑल फिगर काफ़ी लो है। ਰੀਜਨਲ ਜਲੰਧਰ ਦੇ ਕੇਸ ਦੇ ਵਿੱਚ ਜੋ ਉਹਦਾ ਨਾਮ ਸਾਹਮਣੇ ਆਇਆ, ਉਸ ਦੇ ਵਿੱਚ ਕੀ ਕੁਝ ਫੋਰਨ ਲਿੰਕੇजेस ਸਾਹਮਣੇ ਆ ਰਹੀ, ਕਿਉਂਕਿ ਸ਼ੂਟਰ ਨੂੰ ਅਰੈਸਟ ਕਰ ਲਿਆ ਗਿਆ, ਜਿਹੜਾ ਅਕਿਊਜ਼ ਸ਼ੂਟਰ ਸੀਗਾ ਉਸ ਨੂੰ ਵੀ ਅੰਮ੍ਰਿਤਸਰ ਤੋਂ ਅਰੈਸਟ ਕੀਤਾ ਗਿਆ। ਕੀ ਕੋਈ ਫੋਰਨ ਲਿੰਕੇਜ ਇਸ ਕੇਸ ਦੇ ਵਿੱਚ ਵੀ ਸਾਹਮਣੇ ਆਈ ਹੈ? ਨਹੀਂ ਆਈ ਹੈ ਜੀ, ਇਸ ਕੇਸ ਦੇ ਵਿੱਚ ਆਈ ਹੈ। ਅਸੀਂ ਸਾਰਾ ਉਸ ਨੂੰ ਇਨਵੈਸਟੀਗੇਟ ਕਰ ਰਹੇ ਹੈਗੇ, ਕਾਫੀ ਅਸੀਂ ਨੇੜੇ ਪਹੁੰਚ ਗਏ ਹੈਗੇ। ਦੇਖੋ, ਜਿਵੇਂ ਮੈਂ ਕਿਹਾ ਸੀਗਾ, ਕੋਈ ਬੰਦਾ ਭਾਵੇਂ ਬਾਹਰ ਬੈਠਾ ਹੈ, ਕੋਈ ਬੰਦਾ ਇੰਡੀਆ 'ਚ ਬੈਠਾ ਹੈ, ਅਸੀਂ ਕ੍ਰਿਮੀਨਲ ਨੂੰ, ਇਨਫੈਕਟ ਮੈਂ ਦੱਸਣਾ ਚਾਹਾਂਗਾ ਕਿ ਪਿਛਲੇ 3 ਸਾਲਾਂ 'ਚ 92 ਸ਼ੂਟਿੰਗ ਇੰਸੀਡੈਂਟ ਸਾਡੇ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਨਾਲ ਲਿੰਕ ਸੀਗੇ ਹੋਏ ਹੈਗੇ, ਜਿਸ ਦੇ ਵਿੱਚ ਅਸੀਂ 84 ਕੇਸਾਂ ਨੂੰ ਵਰਕਆਊਟ ਕੀਤਾ ਹੈ। ਤੇ ਅਸੀਂ ਇਸ ਦੇ ਵਿੱਚ 216 ਸ਼ੂਟਰ ਇਨਵੋਲਵ ਸੀਗੇ, ਜਿਨ੍ਹਾਂ ਦੇ ਵਿੱਚੋਂ ਅਸੀਂ 160 ਸ਼ੂਟਰਾਂ ਨੂੰ ਅਰੈਸਟ ਕੀਤਾ ਹੈ। 56 ਦੇ ਕਰੀਬ ਜਿਹੜੇ ਹਜੇ ਵੀ ਐਟ ਲਾਰਜ ਹੈਗੇ। ਸੋ ਸਾਡਾ ਐਫਰਟ ਹੈ, ਸਾਡਾ ਐਂਡੇਵਰ ਹੈ ਕਿ ਕ੍ਰਾਈਮ ਐਂਡ ਕ੍ਰਿਮੀਨਲਸ ਨੂੰ ਅਸੀਂ ਬਿਲਕੁਲ ਸਾਇੰਟੀਫਿਕ ਤਰੀਕੇ ਨਾਲ ਮੈਟੀਕੂਲਸ ਇਨਵੈਸਟੀਗੇਸ਼ਨ ਕਰਾਂਗੇ, ਉਹਨਾਂ ਨੂੰ ਅਰੈਸਟ ਕਰਾਂਗੇ। ਦੇ ਵਿਲ ਫੇਸ ਲਾਅ। ਬੀਜੀ ਸਰ, ਇੱਕ ਪ੍ਰਹਾਰ ਬੰਦ ਸ਼ੁਰੂ ਕੀਤਾ ਸੀਗਾ, ਉਹਦੇ ਨਾਲ ਹੀ ਸੋਸ਼ਲ ਮੀਡੀਆ ਤੇ ਇੱਕ ਗੱਲ ਕਾਫੀ ਚੱਲੀ, ਉਹ ਸਪਸ਼ਟ ਕਰਨਾ ਕਿ 1 ਲੱਖ ਯੂਥ ਨੂੰ ਮਾਰਿਆ ਜਾਏਗਾ, ਇਦਾਂ ਦੀਆਂ ਬੜੀਆਂ ਪੋਸਟਾਂ ਪਈਆਂ ਚੱਲਿਆ ਕੇ। ਨਹੀਂ, ਇਹ ਬਿਲਕੁਲ ਦੇਖੋ ਜੀ, ਇਹ ਗਲਤ ਕੈਂਪੇਨ ਸੀਗਾ। ਇਨਫੈਕਟ ਮੈਨੂੰ ਜਿਹੜੀ ਲੋਕਾਂ ਤੋਂ ਫੀਡਬੈਕ ਆਈ ਕਿ ਪ੍ਰਹਾਰ ਵਾਸ ਹਾਈਲੀ ਸਕਸੈਸਫੁਲ, ਆਮ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਸੀਗਾ, ਤੇ ਤੁਹਾਡਾ ਵੀ ਬਹੁਤ ਸਾਥ ਮਿਲਿਆ ਸੀਗਾ। ਉਸ ਤੋਂ ਬਾਅਦ ਉਸ ਨੂੰ ਪਰਪਸਲੀ ਡਿਰੇਲ ਕਰਨ ਲਈ ਇਹ ਸੋਸ਼ਲ ਮੀਡੀਆ ਪੋਸਟਾਂ, ਅਸੀਂ ਉਹਨਾਂ ਦੇ ਖਿਲਾਫ ਲੀਗਲ ਐਕਸ਼ਨ ਵੀ ਲਿਆ ਹੈਗਾ। ਜਿਹੜੀ ਪੋਸਟਾਂ ਜਿਹੜੀ ਵਾਇਲੇਟ ਕਰਦੀਆਂ ਵਿਦਆਊਟ ਐਨੀ ਬੇਸਿਸ, ਜਿਹੜੀ ਮੈਂ ਇਹ ਵੀ ਰਿਕਵੈਸਟ ਕਰਾਂਗਾ, ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਪਲੀਜ਼ ਡੋਂਟ ਗੋ ਬਾਈ ਥੀਸ ਰਿਊਮਰਸ। ਪੰਜਾਬ ਪੁਲਿਸ ਇਜ਼ ਅਕਾਊਂਟੇਬਲ ਟੂ ਲਾਅ, ਐਜ਼ ਪਰ ਲਾਅ ਐਕਸ਼ਨ ਹੋਊਗਾ। ਜੋ ਲੋੜਿੰਦਾ ਹੈ, ਵਾਂਟਡ ਹੈ। ਮੈਂ ਤਾਂ ਇੱਥੋਂ ਤੱਕ ਗੱਲ ਕਹੀ ਸੀ, ਮੈਂ ਦੁਬਾਰਾ ਉਸ ਗੱਲ ਤੇ ਕਾਇਮ ਹੈ ਕਿ ਕੋਈ ਜੇ ਯੂਥ ਭਟਕ ਗਿਆ ਸੀ, ਗੁੰਮਰਾਹ ਹੋ ਗਿਆ ਸੀ, ਉਹ ਸਰੈਂਡਰ ਕਰਨਾ ਚਾਹੁੰਦਾ ਹੈ, ਉਹ ਸਰੈਂਡਰ ਕਰੇ। ਉਸ ਐਸ ਪਰ ਲਾਅ ਠੀਕ ਹੈ, ਉਸ ਦੇ ਖਿਲਾਫ ਕਾਰਵਾਈ। ਸਾਡਾ ਐਟੀਟਿਊਡ ਪੋਜ਼ਿਟਿਵ ਰਹੂਗਾ। ਜੋ ਤਾਂ ਨਸ਼ੇ ਜਿਹੜੇ ਡਰੱਗ ਮਨੀ ਨਾਲ ਬਣਾਈਆਂ ਪ੍ਰਾਪਰਟੀਆਂ, ਉਹ ਫਰੀਜ਼ ਵੀ ਕੀਤੀਆਂ ਗਈਆਂ, ਬਲਡੋਜ਼ਰ ਵੀ ਫੇਰੇ ਗਏ, ਪਰ ਜਿਹੜੀ ਗੈਂਗਸਟਰਾਂ ਦੇ ਜਿਹੜੀ ਹੈਗੀਆਂ ਉਹਨਾਂ ਦੀਆਂ ਪ੍ਰੋਗਰੈਸਾਂ 'ਚ ਬੈਠੇ ਆ, ਫਰੌਤੀ ਰਾਹੀਂ ਉਹ ਇੱਧਰ ਉਹਨਾਂ ਦੀਆਂ ਫੈਮਲੀਆਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ, ਉਹਨਾਂ ਦੀ ਜਾਂਚ ਕਰੇਗੀ ਕਿ ਜਿਹੜੀਆਂ ਫਰੌਤੀਆਂ ਉੱਥੇ ਬੈਠੇ ਲੈ ਰਹੇ ਨੇ, ਉਹਨਾਂ ਦੀਆਂ ਪ੍ਰਾਪਰਟੀਆਂ ਇੱਥੇ। ਤੁਸੀਂ ਬਹੁਤ ਅੱਛਾ ਸੁਝਾਅ ਦਿੱਤਾ। ਰੈਦਰ ਇਹ ਆਲਰੇਡੀ ਸਾਡੇ ਸਕੈਨਰ 'ਚ ਹੈਗਾ ਕਿ ਅਸੀਂ ਇਸੇ ਤਰੀਕੇ ਨਾਲ ਕਿ ਇਹਨੂੰ ਲਿੰਕ ਕਰਕੇ, ਕਿਉਂਕਿ ਅਸੀਂ ਐਸ ਪਰ ਲਾਅ ਕਰਨਾ ਹੈ, ਤਾਂ ਥੋੜਾ ਇਸ ਦੇ ਵਿੱਚ ਸਮਾਂ ਲੱਗੂਗਾ, ਬਟ ਅਸੀਂ ਪ੍ਰੋਪਰ ਲੀਗਲ ਪ੍ਰੋਸੀਜਰ ਫੋਲੋ ਕਰਕੇ ਉਹਨਾਂ ਦੀ ਪ੍ਰਾਪਰਟੀਜ਼ ਨੂੰ ਟਾਰਗੇਟ ਪਹਿਲਾਂ ਸ਼ੁਰੂ ਕੀਤਾ ਸੀਗਾ, ਉਸ ਦੇ ਵਿੱਚ ਤੁਸੀਂ ਕਿਹਾ ਸੀ ਕਿ ਇੱਕ ਸਪੈਸ਼ਲ ਟੀਮ ਬਣਾਈ ਗਈ ਹੈ ਜੋ ਬਾਹਰ ਬੈਠੇ ਗੈਂਗਸਟਰਸ ਦੇ ਉੱਤੇ ਜਿਹੜੀ ਹੈ ਜਿਹੜੇ ਆਫਟੈਕ ਆਈਜੀ ਆਸ਼ੀਸ਼ ਚੌਧਰੀ ਜੀ ਹਾਂਜੀ, ਉਸ ਦੇ ਵਿੱਚ ਸਰ ਕਿੰਨੇ ਜਿਹੜੇ ਹਾਲੇ ਤੱਕ ਗੈਂਗਸਟਰਸ ਨੂੰ ਲੈ ਕੇ, ਕੁਝ ਇੱਕ ਤਾਂ ਤੁਸੀਂ ਕਿਹਾ ਸੀ ਵੇਰਵਾ ਦਿੱਤਾ, ਕੁਝ ਇੱਕ ਹਾਲੇ ਪੈਂਡਿੰਗ ਸੀਗੇ, ਉਸ ਦੇ ਉੱਤੇ ਕਿਸ ਤਰੀਕੇ ਨਾਲ ਕਾਰਵਾਈਆਂ ਅੱਗੇ ਵਧੀਆਂ ਨੇ, ਉਸ ਤੇ ਕੀ ਪ੍ਰੋਗਰੈਸ? ਅਸੀਂ ਜਿਹੜੇ ਮੈਨੂੰ ਯਾਦ ਹੈ, ਅਸੀਂ 38 ਨੂੰ ਟਾਰਗੇਟ ਕੀਤਾ ਸੀਗਾ, ਔਰ ਉਹਨਾਂ ਸਾਰਿਆਂ ਦੀ ਸਾਡੀ ਕਰਸਪੋਂਡੈਂਸ ਸ਼ੁਰੂ ਹੋ ਗਈ ਗਵਰਨਮੈਂਟ ਆਫ ਇੰਡੀਆ ਦੇ ਨਾਲ। ਸੋ ਅਸੀਂ ਬਹੁਤ ਛੇਤੀ ਤੁਹਾਨੂੰ ਅਪਡੇਟ ਦੇ ਦਾਂਗੇ। ਸਰ, ਇੱਕ ਸਵਾਲ ਹੈ ਕਿ ਇਹਦੇ ਲਾਸਟ टाइम हाँ जी, सॉरी, ਤੁਸੀਂ आप कुछ कह जी। बहुत सा सवाल ये है कि आपने अभी जनरल जब इंसिडेंट हुआ तो उसके बाद आपने कहा कि ऑपरेशन सिंदूर के बाद जो है 400% हथियार जो है बॉर्डर पार से इंक्रीज हुए हैं। जो गैंगस्टर्स हैं वो भी उन लोगों को हथियार बना रहे हैं जिनके खिलाफ कोई क्रिमिनल केसेस नहीं है। आप जैसे आप कल से ऑपरेशन प्रहार 2 शुरू कर रहे हैं, क्या उन लोगों के ऊपर भी इस तरह की जो नजर है आपके ऊपर जिनके खिलाफ कोई क्रिमिनल रिकॉर्ड नहीं है लेकिन वो हमेशा शार्प शूटर टाइप में काम कर रहे हैं? नहीं, बिल्कुल नज़र है हमारी, बिल्कुल, क्योंकि जैसे हम किसी को पकड़ते हैं, जैसे जो पुलिस का काम करने का तरीका, उसकी इंटरोगेशन में किसी का जिक्र आता है
या किसी के रेफरेंस में किसी का आता, मान लीजिए किसी का हम मोबाइल नंबर एनालाइज करते हैं तो उसमें कॉन्टैक्ट्स आते हैं जो लोग क्राइम में नहीं भी इन्वॉल्व होते हैं, तो उनको हम एज पर, क्योंकि हम फिर वॉच करते हैं उनका कंडक्ट, तो उसके बाद हाँ जी प्लीज़ आप डीसी साहब, आपका कार्यकाल एक्सीलेंट रहा है, लेकिन 1992 से लेकर अब तक पंजाब में अगर क्राइम की हिस्ट्री देखें, पंजाब कितना तब्दील हुआ है, गैंगस्टर को खत्म करना कितना मुश्किल हो गया। और दूसरा क्वेश्चन भी ऐड ऑन कर देता हूं मैं, उस दिन सुखबीर बादल वहां पर पहुंचे थे, क्या ये इंटेलिजेंस का फेलियर नहीं था, कोई भी व्यक्ति वहां पर पहुंच गया आपके बिना? सर ये कोई अपॉइंटमेंट लेके पहले आए थे वो भी हेडक्वार्टर में इस तरीके से पहुंचे। जी देखिए जो पंजाब में अगर आप पॉपुलेशन की बात करें, जो 2011 का सेंसस था तो उसमें 2,77,00,000 जो पॉपुलेशन थी, अभी एस्टिमेशन जो आ रही है हमारी वो 3,12,00,000 के करीब, तो 12-13% जो पॉपुलेशन हमारी बढ़ी है, रफ सम तो मीडियम इंक्रीज है स्टेट की। और क्राइम जो हमारा है वो तकरीबन स्टेट, मतलब क्राइम कभी अप हो जाता है, डाउन हो जाता है। जैसे पिछले साल जो मैंने ईयर एंडर में ही बताया था कि मर्डर्स में 8% की कमी आई थी, किडनैपिंग्स में कभी किसी ईयर में बढ़ भी जाता है, पर अगर आप ओवरऑल देखेंगे तकरीबन हमारे मर्डर्स जो हैं वो 700, पौने 700 इसके अराउंड स्टेबल रहे हैं, कभी बढ़ जाते हैं। किडनैपिंग्स हमारी 1050 के करीब किडनैपिंग्स, मर्डर, तो जो हीनियस क्राइम बढ़ा नहीं है। तो अगर आप एक मैक्रो व्यू लेंगे तो हमारी कोशिश है, ये जो चैलेंजेस आपने बताए ये इंपॉर्टेंट चैलेंजेस है। जो पाकिस्तान का रोल है, जो ISI ड्रोन्स जो इस तरफ आर्म्स, एमुनिशन, एक्सप्लोसिव्स लेके आ रहे हैं, एक ये नार्को टेरर की हमारे पे वॉर कर रहे हैं, प्रॉक्सी वॉर कर रहे हैं, तो इसको हम पूरी सक्षमता से इसका जवाब दे रहे हैं। और आप देखिए, आप गिरफ्तारियां देखिए, जैसे पिछले साल हमने 995 गैंगस्टर्स अरेस्ट किए थे, तो हमारी काफ़ी अच्छी परफॉर्मेंस रही है। जैसे मैंने बताया कि क्राइम के सोशल रीजंस होते हैं, तो उसकी वजह से लोग क्राइम की तरफ, तभी हमारी ये कोशिश है कि जो गुमराह हो गया है या जो सोशल मीडिया की ग्लोरिफिकेशन के इसके प्रति जाए। ये भी मैं आपको फिगर्स देना चाहूँगा कि हमने पिछली बार मैंने बताया था कि हमने 8,171 URLs सेक्शन 79 की डिलीट करवाई थी। 2,000 से ज़्यादा URLs गवर्नमेंट ऑफ इंडिया के थ्रू, उनके पास पावर से 69 IT एक्ट में डिलीट हुई हैं। 328 FIR हमने वेपन डिस्प्ले या सॉन्ग्स में कोई भड़काऊ ग्लोरीफाइंग बात पे रजिस्टर करी हैं। 7,000 जो लाइसेंस्ड वेपन्स की कैंसिलेशन का प्रोसेस हमने शुरू किया हुआ है, कॉम्पिटेंट लाइसेंस अथॉरिटी, उस बीच में तकरीबन आधे कैंसिल हो चुके हैं। देखो, बीइंग एन ऑफिसर, सो देयर आर सर्टेन थिंग्स आई वुड नॉट कमेंट अपॉन। सर जो बंदे अरेस्ट किए हैं, जी छीना जी, जो बंदे अरेस्ट किए हैं, जो 5,000 के करीब बता रहे हैं, जो वॉर अगेंस्ट गैंगस्टर में, इसमें ज्यादातर प्रोफाइल क्या है? हार्डकोर क्रिमिनल्स हैं या जो ये शेयर कर दूंगा मैं। देखिए इसमें, देखिए मोस्टली हमारा फोकस रहा है जो ऑर्गेनाइज्ड क्राइम में रहे। तो जैसे ये ऑर्गेनाइज्ड क्राइम के केसेस हैं, 307 के केसेस हैं, आर्म्स एक्ट के केसेस हैं, ज़्यादा उस पे हैं। कुछ जो दूसरे भी वांटेड, कैसे हमने जैसे 350 के करीब POs अरेस्ट किए, तो PO फिर किसी भी केस के होंगे, तो वांटेड क्रिमिनल्स में। बट बॉटम लाइन जो ये है कि वो किसी ना किसी केस में वांटेड होगा। अगर हमें अदरवाइज इंफॉर्मेशन मिल गई, कोई शक के घेरे में आ गया, उसे हमने राउंड अप किया, वेरीफाई किया, छोड़ दिया। तो ये भी मैं बताना चाहूंगा कि ऐसा नहीं है कि हम बिल्कुल लॉफुली काम कर रहे हैं। ਗੈਂਗਸਟਰਾਂ ਦੇ ਵਾਰ ਤੁਸੀਂ ਕੱਲ ਤੋਂ ਦੁਬਾਰਾ ਸ਼ੁਰੂ ਕਰਨ ਜਾ ਰਹੇ, ਕਿ ਇਹਦੇ ਵਿੱਚ ਸਿਰਫ ਗੈਂਗਸਟਰ ਹੀ ਹੋਣਗੇ ਜਾਂ ਫਿਰ ਨਸ਼ਾ ਤਸਕਰ ਵੀ ਹੋਣਗੇ ਜਿਹੜੇ ਕ੍ਰਾਈਮ ਦੇ ਨਾਲ ਜੁੜੇ ਹੋਣਗੇ? नहीं, दिस इज अ सस्टेन्ड कैंपेन फॉर ऑर्गेनाइज्ड क्राइम। सो अदरवाइज नशिया का साडा चल रहा है, वो चलता रहेगा जी। ਪਿਛਲੀ ਵਾਰ ਵੀ ਲਿਸਟ ਬਣਾਈ ਸੀ ਸਰ, ਤੁਸੀਂ ਇੱਕ ਲਿਸਟ ਦਿੱਤੀ ਸੀ ਕਿ ਇੰਨੇ ਲੋਕਾਂ ਦੇ ਉੱਪਰ ਸਾਡਾ ਜਿਹੜੀ ਪੁਲਿਸ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਕਰੇਗੀ। ਇਸ ਵਾਰ ਵੀ ਇਸ ਮੁਹਿੰਮ ਦੇ ਵਿੱਚ ਕੋਈ ਲਿਸਟ ਤਿਆਰ ਕੀਤੀ ਗਈ ਹੈ ਕਿ ਕਿੰਨੇ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜੇ ਕੀਤੀ ਜੀ सर्टन वो अपनी ट्रेड क्राफ्ट ਅਸੀਂ ਵੀ ਨਹੀਂ शेयर करते जी। ਸਰ ਇਹਦੇ ਵਿੱਚ ਇੱਕ ਸਵਾਲ ਹੈ, ਪ੍ਰਹਾਰ 1 ਔਰ 2 ਦੇ ਵਿੱਚ ਪਹਿਲੇ ਦੇ ਨਾਲ ਕੁਝ ਇਸ ਦੇ ਵਿੱਚ ਤਬਦੀਲੀ ਆਊਗੀ, ਕੋਈ ਐਡਵਾਂਸ ਤਰੀਕੇ ਜਾਂ ਕੋਈ, ਕਿਉਂਕਿ ਪਹਿਲਾ ਪਲਾਨ ਤਾਂ ਗੈਂਗਸਟਰ ਨੂੰ ਆਲਰੇਡੀ ਪਤਾ ਲੱਗ ਚੁੱਕਾ, ਕੋਈ ਕਿਸ ਤਰੀਕੇ ਦੇ ਨਾਲ ਪਲਾਨ ਆਊਟ ਕਰਕੇ ਅਸੀਂ ਦੇਖੋ, ਇੱਕ ਤੇ ਅਸੀਂ ਸੀਨੀਅਰ ਲੈਵਲ ਜਿਹੜੇ ਸਾਡੇ ਸੀਨੀਅਰ ਆਫੀਸਰਸ ਹੈਗੇ ਉਹ ਕੈਂਪ ਕਰਨਗੇ ਜੀ। ਸੋ ਇੱਕ ਸੀਨੀਅਰ ਲੈਵਲ ਸੁਪਰਵਿਜ਼ਨ ਹੋਊਗੀ। ਦੂਜਾ ਅਸੀਂ ਜਿਵੇਂ ਲਿਸਟਾਂ ਨਹੀਂ ਸ਼ੇਅਰ ਕਰ ਰਹੇ, ਸੋ ਅਸੀਂ ਵੀ ਇਨੋਵੇਟ ਕਰਕੇ, ਕਿਉਂਕਿ ਫਰੈਂਕਲੀ ਸਪੀਕਿੰਗ ਜਿਹੜਾ ਆਰਗੇਨਾਈਜ਼ਡ ਕ੍ਰਿਮੀਨਲ ਹੈ, ਗੈਂਗਸਟਰ ਹੈ, ਉਹ ਇੱਕ ਅਸੀਂ ਦੇਖਿਆ ਡਰੱਗ ਪੈਡਲਰ ਤੋਂ ਉਹਦੀ ਡਿਫਰੈਂਟ ਹੁੰਦੀ ਪ੍ਰੋਫਾਈਲ। तो उसनू फड़न लई सानू टैक्नीकल काम करना पैंदा है, उसनू ट्रेस करना पैंदा, लोकेट करना पैंदा है। सो उसके मुताबिक असी अपनी तैयारी की है। सर एक सवाल है कि जिदा पिछले दिन देखा गया, हालांकि गिरफ्तारी भी हुई, रिकवरी भी हुई, खास तौर पे जेडे फायरिंग दे इंसीडेंट हुए, हालांकि लास्ट टाइम भी तुसी क्या सी
ਵੈਪਨਸ ਦੀ ਜਿਹੜੀ ਇਲੀਗਲ ਵੈਪਨ ਦੀ ਤਸਕਰੀ ਹੈ ਉਸ ਨੂੰ ਰੋਕਣ ਲਈ ਪੰਜਾਬ ਪੁਲਿਸ ਕਿਸ ਤਰ੍ਹਾਂ ਕਰ ਰਹੀ ਹੈ? ਕਿਉਂਕਿ ਦੇਖਿਆ ਗਿਆ ਹੈ ਕਿ ਜਿਹੜੇ ਵੀ ਸ਼ੂਟਰ ਆਉਂਦੇ ਆ ਫਾਇਰਿੰਗ ਦੇ ਇਨਸੀਡੈਂਟ ਜਿਹੜੇ ਵੱਧੇ ਉਹਦੇ ਚ ਆਰਮਸ ਐਕਟ ਦੇ ਮਾਮਲੇ ਵੀ ਕਾਫੀ ਦਰਜ ਹੁੰਦੇ ਜਿੱਦਾਂ ਤੁਸੀਂ 5000 ਉਹਦੇ ਚ ਥੋੜਾ ਜਿਹਾ ਥੋੜੀ ਜਿਹੀ ਜਾਣਕਾਰੀ ਦੇ ਦਿਓ। ਇੱਕ ਤਾਂ ਇਲੀਗਲ ਵੈਪਨਸ ਦੀ ਜਿਹੜੀ ਤਸਕਰੀ ਹੁੰਦੀ ਹੈ, ਹਾਲਾਂਕਿ ਬਾਰਡਰਸ ਤੇ ਜਾਂ ਯੂਪੀ ਦੇ ਐਮਪੀ ਤੋਂ ਜਿਹੜੀ ਵੀ ਪਿਛਲੇ ਦਿਨਾਂ ਵੀ ਕਾਫੀ ਜਿਹੜੀ ਹੈਗੀ ਖੇਪ ਫੜੀ ਗਈ ਸੀ, ਇਸ ਨੂੰ ਲੈ ਕੇ ਪੰਜਾਬ ਪੁਲਿਸ ਕਿਉਂ ਕਰ ਰਹੀ? ਕਿਉਂਕਿ ਫਾਇਰਿੰਗ ਦੇ ਇਨਸੀਡੈਂਟ ਨਹੀਂ, ਤੁਹਾਡੀ ਗੱਲ ਬਿਲਕੁਲ ਠੀਕ ਹੈ ਤੇ ਕਿਤੇ ਨਾ ਕਿਤੇ ਮੈਂ ਸਮਝਦਾ ਮੈਂ ਓਪਨਲੀ ਗੱਲ ਕਹਿੰਦਾ ਕਿ ਜਿਹੜਾ ਇਹ ਵੈਪਨਸ ਜਿਹੜੇ ਪਾਕਿਸਤਾਨ ਤੋਂ ਆ ਰਹੇ ਹੈਗੇ ਪਲੱਸ ਹਿੰਟਰਲੈਂਡ ਤੋਂ ਜਿਹੜੇ ਇਲੀਗਲ ਵੈਪਨਸ ਆ ਰਹੇ, ਉਸ ਕਰਕੇ ਸਾਡਾ ਕ੍ਰਾਈਮ ਦਾ ਤਾਂ ਹੀ ਸਾਡਾ ਕ੍ਰਾਈਮ ਜ਼ਿਆਦਾ ਇੰਪੈਕਟਫੁਲ ਜਾਂ ਜ਼ਿਆਦਾ ਸਟ੍ਰੈਟੇਜਿਕ ਕਹਿ ਲਓ ਕਿ ਜਿਹੜਾ ਮਰਡਰ ਇੱਕ ਸ਼ਾਰਪ ਐਜਡ ਵੈਪਨ ਤੋਂ ਹੁੰਦਾ ਹੈ ਉਸ ਦਾ ਇੰਨਾ ਅਟੈਂਸ਼ਨ ਡਰਾ ਨਹੀਂ ਕਰਦਾ ਜਿਹੜਾ ਵੈਪਨ ਜਿਹੜਾ ਜਿਹਦੇ 'ਚ ਫਾਇਰਿੰਗ ਹੁੰਦੀ ਹੈ। ਸੋ ਇਸ ਤੇ ਅਸੀਂ ਬਹੁਤ ਜ਼ਿਆਦਾ ਅਸੀਂ ਕਾਫੀ ਕੰਮ ਕੀਤਾ। ਇੱਕ ਤੇ ਸਾਡਾ MP ਰਾਜਸਥਾਨ ਸਟੇਟਾਂ ਨਾਲ ਸਾਡਾ ਤਾਲਮੇਲ ਹੈ, ਸਾਡੀ ਟੀਮਾਂ ਉੱਥੇ ਜਾ ਕੇ ਬੇਸਿਕਲੀ ਇੰਟਰੋਗੇਸ਼ਨ ਬੇਸਡ ਕਿ ਜਿਹੜੇ ਉਹਨਾਂ ਦੇ ਵੱਡੇ ਜਿਹੜੇ ਜਿੱਥੇ ਮੈਨੂਫੈਕਚਰਿੰਗ ਹੁੰਦੀ ਹੈ ਉੱਥੇ ਅਸੀਂ ਕਾਫੀ ਬਸਟ ਕੀਤੇ, ਰਿਕਵਰ ਕੀਤੇ ਹਿੰਟਰਲੈਂਡ ਵੈਪਨਸ। ਜਿੱਥੋਂ ਤੱਕ ਪਾਕਿਸਤਾਨ ਦਾ ਸਵਾਲ ਹੈ, ਅਸੀਂ ਸੈਕੰਡ ਲਾਈਨ ਆਫ ਡਿਫੈਂਸ ਤੇ ਡਿਪਲੋਇਮੈਂਟ ਕੀਤੀ ਹੈ, BSF ਨਾਲ ਤਾਲਮੇਲ ਕੀਤਾ ਹੈ, ਐਂਟੀ ਡਰੋਨ ਸਿਸਟਮ ਲਗਾਏ ਹੈਗੇ, ਅਸੀਂ ਮੈਪਿੰਗ ਕਰਕੇ ਜਿਹੜੇ ਡਰੋਨ ਡ੍ਰੌਪਿੰਗ ਜ਼ੋਨਸ ਅਸੀਂ ਆਇਡੈਂਟੀਫਾਈ ਕੀਤੇ ਹੈ, ਉਸ ਦੇ ਵਿੱਚ ਜਿਹੜੇ ਲੋਕ ਰਹਿੰਦੇ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਅਸੀਂ ਮੈਪ ਕੀਤਾ ਹੈ। ਉਸ ਦੇ ਵਿੱਚ ਕਿਹੜੇ ਬੰਦੇ ਹੈਗੇ ਜਿੱਥੇ ਡਰੋਨਸ ਆਉਂਦੇ ਹੈ, ਕਿਹੜੇ ਬੰਦੇ ਹੈਗੇ, ਕਿਉਂਕਿ ਤੁਸੀਂ ਇਹ ਸੁਣਿਆ ਹੋਣਾ ਹੋਮ ਡਿਲੀਵਰੀ ਆਫ ਡਰੋਨਸ, ਤੇ ਅਸੀਂ ਆਪਣਾ ਗਰਾਊਂਡ ਵਰਕ ਕੀਤਾ ਵੀ ਜਿਸ ਪਿੰਡ 'ਚ ਡਰੋਨ ਆ ਰਿਹਾ ਉਸ ਪਿੰਡ 'ਚ ਕਿੰਨੇ ਲੋਕ ਹੈ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈ, ਕਿੰਨੇ ਲੋਕ ਹੈ ਜਿਹੜੇ ਪਹਿਲੇ ਐਸ ਕੂਰੀਅਰਸ ਕੰਮ ਕਰ ਚੁੱਕੇ ਹੈ, ਕਿੰਨੇ ਲੋਕ ਜਿਹੜੇ NDPS ਕੇਸਾਂ 'ਚ ਹੈਗੇ ਤੇ ਉਹਨਾਂ ਤੇ ਨਿਗਰਾਨੀ ਰੱਖਦੇ ਹਾਂ। ਜਿਹੜੇ ਅਸੀਂ ਟਾਵਰ ਡੰਪ ਚੁੱਕਦੇ ਹਾਂ, ਫਿਰ ਅਸੀਂ ਜਿਹੜਾ ਸਾਡਾ ਡੇਟਾਬੇਸ ਹੈਗਾ ਉਹ ਨੰਬਰ ਅਸੀਂ ਵਿੱਚ ਪਾਉਂਦੇ, ਜਿੱਥੇ ਡਰੋਨ ਆਇਆ ਸੀ ਉਹ ਡੇਟਾਬੇਸ ਤੋਂ ਅਸੀਂ ਮੈਚ ਕਰਦੇ ਹਾਂ। ਸੋ ਕਈ ਵਾਰ ਸਾਨੂੰ ਟੈਕਨੀਕਲੀ ਲੀਡ ਮਿਲ ਜਾਂਦੀ, ਕਈ ਵਾਰੀ ਹਿਊਮਨ ਇੰਟੈਲੀਜੈਂਸ ਤੋਂ ਲੀਡ ਮਿਲਦੀ। ਸੋਸ਼ਲ ਮੀਡੀਆ ਤੇ ਵੀ ਤੁਸੀਂ ਹਾਲਾਂਕਿ ਜ਼ਰੂਰ ਉਹਦੇ ਤੇ ਨਕੇਲ ਕਸੀ ਹੈ ਸਾਈਬਰ ਸੈੱਲ ਨੇ, ਲੇਕਿਨ ਹਜੇ ਵੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਜਿਹੜੀ ਹੈ ਉਹ ਚੀਜ਼ਾਂ ਦਿਖਦੀ ਹੈ ਕਿ ਇਲੀਗਲ ਵੈਪਨ ਤੇ ਨਹੀਂ, ਆਈ ਐਗਰੀ ਜੀ। ਹੁੰਦਾ ਕੀ ਹੈ ਕਿ ਜਦੋਂ ਇੱਕ ਅਕਾਊਂਟ ਡਿਲੀਟ ਹੁੰਦਾ ਜਾਂ ਪੋਸਟ ਰਿਮੂਵ ਹੁੰਦੀ ਹੈ, ਉਹ ਮਤਲਬ ਇਟ ਇਜ਼ ਅ ਬੈਟਲ ਆਫ ਵਿਟਸ। ਉਹ ਕੋਈ ਨਵਾਂ ਅਕਾਊਂਟ ਬਣ ਜਾਂਦਾ ਹੈ, ਕੋਈ ਨਵਾਂ ਨਾਂ ਤੋਂ ਫਿਰ ਉਹੀ ਚੀਜ਼ ਦੁਬਾਰਾ ਫਲੋਟ ਕਰ ਜਾਂਦੀ ਹੈ, ਫਿਰ ਅਸੀਂ ਫਿਰ ਉਸ ਨੂੰ ਟਾਰਗੇਟ ਕਰਦੇ। ਤਾਂ ਤੁਹਾਡੀ ਗੱਲ ਠੀਕ ਹੈ ਕਿ ਰਿਮੂਵਲ ਦੇ ਵਿੱਚ ਕੰਟੈਂਟ ਰਿਮੂਵਲ ਦੇ ਵਿੱਚ ਥੋੜਾ ਜਿਹਾ ਲੈਗ ਹੁੰਦਾ ਹੈ। ਡਿਫੈਂਸ ਕਮੇਟੀਆਂ ਬਣਾਈਆਂ ਹੋਈਆਂ ਸੀਗੀਆਂ, ਉਹਨਾਂ ਨੇ ਬਾਰਡਰ ਵਾਲੇ ਏਰੀਆ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਦੇ ਜਿਵੇਂ ਸੰਪਰਕ ਮੁਹਿੰਮ ਚੱਲੀ, ਕੋਈ ਇਸ ਤਰੀਕੇ ਦੀ ਮੁਹਿੰਮ ਦਾ ਕਿੰਨਾ ਫਾਇਦਾ ਹੋ ਰਿਹਾ? ਜਿਹੜੇ ਲੋਕ ਸੋਸਾਇਟੀ 'ਚ ਉੱਠ ਕੇ ਤੁਹਾਨੂੰ ਨਹੀਂ, ਇਸ ਦਾ ਬਹੁਤ ਫਾਇਦਾ ਹੋ ਰਿਹਾ। ਇਨਫੈਕਟ ਤਾਂ ਹੀ ਤੁਹਾਨੂੰ ਬਾਰ-ਬਾਰ ਅਸੀਂ ਖੇਚਲ ਦਿੰਦੇ ਹਾਂ ਜਾਂ ਵਾਈ ਆਈ ਵਾਂਟ ਟੂ ਬੀ ਟਰਾਂਸਪੇਰੈਂਟ, ਰੀਚ ਆਊਟ ਟੂ ਪੀਪਲ ਕਿ ਸਾਨੂੰ ਸਹਿਯੋਗ ਦਿਓ। ਸਾਡੇ ਅਸੀਂ ਐਂਟੀ ਗੈਂਗਸਟਰ ਹੈਲਪਲਾਈਨ ਅਸੀਂ ਲਾਂਚ ਕੀਤੀ ਹੈਗੀ, ਉਸ ਤੇ ਇਨਫੋਰਮੇਸ਼ਨ ਦਿਓ, ਆਈਡੈਂਟੀਟੀ ਗੁਪਤ ਰੱਖੀ ਜਾਊਗੀ। ਰਿਵਾਰਡ ਪਾਲਿਸੀ ਬਾਰੇ ਅਸੀਂ ਦੱਸ ਚੁੱਕੇ ਹੈਗੇ ਕਿ ਅਸੀਂ ਰਿਵਾਰਡ ਪਾਲਿਸੀ ਜਿਹੜੀ ਰਿਵਾਰਡ ਦਿੱਤਾ ਜਾਊਗਾ। ਸੋ ਲੋਕਾਂ ਦੇ ਸਪੋਰਟ ਦੇ ਨਾਲ ਹੀ ਦੇਖੋ ਅਸੀਂ ਇਸ ਤੇ ਕਾਬੂ ਪਾਵਾਂਗੇ ਜੀ। ਭਾਵੇਂ ਨਸ਼ੇ ਦੀ ਸਮੱਸਿਆ फॉर्मर सीएम चन्नी ने जो पिछले दिनों इंटरव्यू किया, आपने भी देखी होगी वीडियो, उसमें क्या पुलिस का आई थिंक वील क्लोज दिस कॉन्फ्रेंस। आइए प्लीज लेट्स